ਜਿਹੜੇ ਮੰਨ ਲਓ ਇਹ ਸਮਝਦੇ ਨੇ ਵੀ ਅਸੀਂ ਸਾਰਿਆਂ ਨਾਲੋਂ ਵੱਖਰੇ ਆ, ਸਾਨੂੰ ਪੂਜੋ, ਉਹਦੀ ਬਾਬਤ ਤੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਵੀ ਆਉਂਦਾ, ਐਸੇ ਸੰਤ ਨਾ ਮੋਕੋ ਭਾਵੈ। ਇਹ ਸ਼ਬਦ ਜਰਾ ਗਾਇਓ, ਅਰਥ ਸਮਝ ਆ ਜਾਣਗੇ। ਡਾਲਾ ਸਿਉ ਪੇਡਾ ਗਟਕਾਵੈ, ਕਹਿੰਦੇ ਇਹੋ ਜਿਹੇ ਸੰਤ ਨਹੀਂ ਮੈਨੂੰ ਚੰਗੇ ਲੱਗਦੇ। ਗੁਰਬਾਣੀ ਕਹਿੰਦੀ ਹੈ ਜੀ, ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਧਿਆਨ ਨਾਲ ਸਮਝਣ ਦੀ ਖੇਚਲ ਕਰਿਓ, ਇਸ ਸ਼ਬਦ ਨੂੰ ਸਮਝ ਕੇ ਵੇਖਿਓ ਜਰਾ। ਹਾਂਜੀ, ਗਜ ਸਾਢੇ ਤੈ ਧੋਤੀਆਂ ਤੇਰੇ ਪਾਇਨ ਪੱਗ, ਕਹਿੰਦੇ 3.5 ਗਜ ਦੀਆਂ ਧੋਤੀਆਂ ਪਾ ਲਈਆਂ ਤੇ ਜਿਹੜੇ ਜਨੇਊ ਸੀ ਤੀਰੇ ਤੀਰੇ ਪਾ ਲਏ, 3 ਲੜੀਆਂ ਵਾਲੇ ਜਨੇਊ ਪਾ ਲਏ। ਤੇ ਜੇ ਅੱਜ ਪਾਤਸ਼ਾਹ ਹੁੰਦੇ, ਅੱਜ ਸਾਨੂੰ ਕਹਿੰਦੇ ਵੀ ਤੁਸੀਂ 3 ਕਿਰਪਾਨਾਂ, ਇੱਕ ਥੱਲਿਓਂ ਦੀ, ਕੁੱਤੋਂ ਦੇ, ਇੱਕ ਹੱਥ 'ਚ ਵੀ ਫੜੀ ਹੈ। ਕਿਰਪਾਨ ਪਾਈ ਦੀ ਹੈ, ਮੈਂ ਹਮੇਸ਼ਾ ਪਾਈ ਹੈ, ਪਰ ਜੇ ਕਹੀਏ ਵੀ ਮੈਂ 3 ਕਿਰਪਾਨਾਂ ਫੜ ਕੇ, ਕੋਈ ਮਹਾਨ ਨਹੀਂ ਹੋ ਜਾਂਦਾ। ਕੋਈ 3 ਜਨੇਊ ਆ, ਤੀਰੇ ਤੀਰੇ ਜਨੇਊ ਪਾ ਕੇ ਕੋਈ ਮਹਾਨ ਨਹੀਂ ਹੋ ਜਾਂਦਾ। ਕੋਈ 3.5 ਗਜ ਦੀ ਧੋਤੀ ਪਾ ਕੇ ਮਹਾਨ ਨਹੀਂ ਹੋ ਜਾਂਦਾ। ਤੇ ਜੇ ਕਬੀਰ ਜੀ ਅੱਜ ਆ ਜਾਣਗੇ ਤੇ ਉਹ ਅੱਜ ਸਾਨੂੰ ਕਹਿਣਗੇ ਵੀ ਤੁਸੀਂ ਵੱਡੇ ਚੋਲੇ ਪਾ ਕੇ ਕੋਈ ਮਹਾਨ ਨਹੀਂ ਹੋ ਜਾਂਦੇ, ਤੁਸੀਂ 3 ਕਿਰਪਾਨਾਂ ਫੜ ਕੇ ਮਹਾਨ ਨਹੀਂ ਹੋ ਜਾਂਦੇ। ਇਹਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਸਾਡੀ ਯੂਨੀਫਾਰਮ ਹੈ, ਅਸੀਂ ਪਾਈ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਮਹਾਨ ਹੋ ਗਏ। ਤੇ ਕਬੀਰ ਸਾਹਿਬ ਇੱਥੇ ਕਹਿੰਦੇ ਐ 3.5 ਗਜ ਦੀ ਧੋਤੀ ਪਾ ਲਈ, ਤੀਰਾ ਜਨੇਊ ਪਾ ਲਿਆ, 3 ਲੜੀਆਂ ਵਾਲਾ ਜਨੇਊ ਪਾ ਲਿਆ। 1 ਲੜੀ ਵਾਲਾ, 2 ਲੜੀ ਵਾਲਾ ਵੀ ਜਨੇਊ ਹੁੰਦਾ ਤੇ 3 ਲੜੀਆਂ ਵਾਲਾ ਵੀ ਹੁੰਦਾ। ਬ੍ਰਾਹਮਣ ਹੈ ਜਿਹੜਾ, ਉਹ 3 ਲੜੀਆਂ ਵਾਲਾ ਪਾਉਂਦਾ। ਖੱਤਰੀ 2 ਲੜੀਆਂ ਵਾਲੀ ਪਾਉਂਦੇ ਨੇ, ਤੇ ਵੈਸ ਜਿਹੜੇ ਇੱਕ ਧਾਗੇ ਵਾਲਾ ਪਾਉਂਦਾ। ਤੇ ਸ਼ੂਦਰ ਪਾ ਹੀ ਨਹੀਂ ਸਕਦਾ। 3 ਬੰਦੇ ਪਾ ਸਕਦੇ ਨੇ, ਇੱਕ ਦਾ 1 ਲੜੀ ਵਾਲਾ, ਦੂਜਾ 2 ਲੜੀ ਵਾਲਾ, ਇੱਕ 3 ਲੜੀ ਵਾਲਾ। 3 ਲੜੀ ਵਾਲਾ ਮਤਲਬ ਸਭ ਤੋਂ ਵੱਡੀ ਜਾਤ ਦਾ ਬ੍ਰਾਹਮਣ ਹੈ। 2 ਲੜੀਆਂ ਵਾਲਾ ਖੱਤਰੀ ਹੈ, 1 ਲੜੀ ਹੈ, ਫਿਰ ਕੌਣ ਹੈ? ਵੈਸ। ਤੇ ਸ਼ੂਦਰ ਹੈ ਜਿਹੜਾ, ਇਹ ਪਾ ਹੀ ਨਹੀਂ ਸਕਦਾ। ਇੱਥੇ ਫਿਰ ਉਹ ਕਹਿੰਦੇ ਨੇ ਤੁਸੀਂ ਆਪਣੇ ਆਪ ਨੂੰ ਮਹਾਨ ਨਾ ਕਹੋ ਵੀ ਤੁਸੀਂ ਵੱਡੇ ਬਣ ਗਏ, ਇਹਦੇ ਨਾਲ ਕੋਈ ਮਹਾਨ ਨਹੀਂ ਬਣ ਜਾਂਦਾ। ਤੇਰੇ ਪਾਇਣ ਤੱਗ, ਅੱਗੇ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨੇ ਬਗ, ਤੇ ਗਲ ਵਿੱਚ ਪਾ ਲਈ ਮਾਲਾ, ਜਪ ਮਾਲੀਆਂ, ਗਲ ਵਿੱਚ ਪਾ ਲਈ ਮਾਲਾ, ਜਪਣ ਵਾਲੀ ਮਾਲਾ ਗਲ ਵਿੱਚ ਪਾ ਲਈ। ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ, ਲਿਸ਼ਕਦੇ ਹੋਏ ਲੋਟੇ ਹੱਥਾਂ 'ਚ ਫੜ ਲਏ, ਗੜਵੇ ਫੜ ਲਏ ਹੱਥਾਂ 'ਚ ਗੜਵੇ ਫੜ ਲਏ, ਗਲ ਵਿੱਚ ਮਾਲਾ ਪਾ ਲੀਆਂ, ਤੇਰੇ ਜਨੇਊ ਪਾ ਲਏ, 3.5 ਗਜ ਦੀ ਧੋਤੀ ਪਾ ਲਈ। ਇਹੀ ਗੱਲਾਂ ਸਾਡੇ ਵਾਲੇ ਬਾਬਿਆਂ ਤੇ ਲਾਗੂ ਹੋਣਗੀਆਂ। ਇਹ ਜ਼ਰੂਰੀ ਨਹੀਂ ਹਿੰਦੂ ਦੀ ਗੱਲ ਹੋ ਰਹੀ, ਸਾਡੇ ਵਾਲੇ ਬਾਬਿਆਂ ਤੇ ਵੀ ਸਾਰੀਆਂ ਗੱਲਾਂ ਲਾਗੂ ਹੋਣਗੀਆਂ, ਸਿੱਖਾਂ ਤੇ ਵੀ ਹੋਣਗੀਆਂ। ਅੱਗੇ ਜੀ, ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ, ਕਹਿੰਦੇ ਐ ਵੇਖ ਕੇ ਐ ਨਾ ਕਹਿ ਦਿਆ ਕਰ ਵੀ ਬੜੇ ਸੰਤ ਨੇ। ਕਹਿੰਦੇ ਇਹ ਕੱਪੜੇ ਵੇਖ ਕੇ ਕਿਸੇ ਨੂੰ ਇਹ ਨਹੀਂ ਕਿਹਾ ਜਾ ਸਕਦਾ ਇਹ ਤੇ ਬਨਾਰਸ ਦੇ ਠੱਗ ਨੇ, ਬਨਾਰਸ 'ਚ ਰਹਿਣ ਵਾਲੇ ਠੱਗ ਨੇ। ਕੱਪੜੇ ਵੇਖ ਕੇ, ਪਹਿਰਾਵਾ ਵੇਖ ਕੇ ਨਾ ਇਹ ਕਿਤੇ ਕਹਿ ਦੀ ਵੀ ਇਹ ਬੜੇ ਮਹਾਨ ਨੇ। ਮੈਨੂੰ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਸਿੰਘੋ, ਅਸੀਂ ਕਹਿੰਦੇ ਆ ਫੈਸ਼ਨ ਪ੍ਰਸਤੀ ਹੋ ਗਈ ਬਹੁਤ। ਸਭ ਤੋਂ ਵੱਧ ਬੇੜਾ ਗਰਕ ਸਿੱਖੀ ਦਾ ਫੈਸ਼ਨਾਂ ਵਾਲਿਆਂ ਨੇ ਕੀਤਾ ਹੈ, ਜਾਂ ਸਾਡੇ ਵਰਗੇ ਚੋਲੇ ਪਾ ਕੇ ਪੱਗਾਂ ਬੰਨ੍ਹ ਕੇ ਸਿੱਖੀ ਦਾ ਬੇੜਾ ਗਰਕ ਕੀਤਾ? ਜਵਾਬ ਦਿਓ। ਸਭ ਤੋਂ ਵੱਧ ਜਿਹੜਾ ਸਿੱਖੀ ਦਾ ਬੇੜਾ ਗਰਕ ਕੀਤਾ, ਸਿੱਖੀ ਦੇ ਬੇੜੇ ਵਿੱਚ ਵੱਟੇ ਪਾਏ ਨੇ, ਗੋਲਕਾਂ ਦੀ ਦੁਰਵਰਤੋਂ ਕੀਤੀ ਹੈ, ਰੱਜ ਕੇ ਲੁੱਟਿਆ ਸਿੱਖਾਂ ਨੂੰ। ਦੱਸੋ, ਫੈਸ਼ਨਾਂ ਵਾਲਿਆਂ ਨੇ ਕੀਤਾ ਹੈ, ਲੁੱਟਿਆ ਕਿ ਸਾਡੇ ਵਰਗੇ ਚੋਲੇ ਪਾ ਕੇ ਪੱਗਾਂ ਬੰਨ੍ਹ ਕੇ ਕੀਤਾ? ਬੋਲੋ, ਸੱਚ ਹੈ ਕਿ ਨਹੀਂ? ਮਤਲਬ ਇਹਦੇ ਉਹਨਾਂ ਨੂੰ ਪਤਾ ਹੈ ਵੀ ਤੁਸੀਂ ਲੁੱਟੇ ਹੀ ਤਾਂ ਜਾਓਗੇ ਜੇ ਦਾੜੀਆਂ ਰੱਖ ਕੇ ਪੱਗਾਂ ਬੰਨ੍ਹ ਕੇ ਸਾਹਮਣੇ ਆਉਣਗੇ। ਆਖੋ ਸਤਨਾਮ। ਮੇਰੀ ਵਾਹਿਗੁਰੂ। ਜਿਨ੍ਹਾਂ ਨੇ ਲੁੱਟਿਆ ਨਾ, ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਹੁਣ ਤੋਂ ਹੀ ਸਮਝਾਉਂਦੇ ਨੇ ਵੀ ਮਰਜ਼ੀ ਭਾਵੇਂ ਕੇਸ ਨਾ ਕਟਾ ਦੀ, ਕਿਉਂਕਿ ਸਿੱਖਾਂ ਨੇ ਜਦੋਂ ਵੇਖਣੇ ਨੇ ਤੇਰੇ ਕੇਸ ਵੇਖਣੇ ਨੇ। ਇਹਦੇ ਵੇਖਦੇ ਹੀ ਬਾਹਰੋਂ ਨੇ ਬੰਦੇ ਨੂੰ, ਅੰਦਰੋਂ ਤਾਂ ਵੇਖਦਾ ਹੀ ਕੋਈ ਨਹੀਂ। ਬੰਦੇ ਦਾ ਕੰਮ ਕੋਈ ਨਹੀਂ ਵੇਖਦਾ।
ਇਹ ਪਹਿਰਾਵਾ ਵੇਖਦੇ ਆ। ਮਰਦਾ ਮਰਜੀ, ਪਹਿਰਾਵਾ ਨਾ ਛੱਡਦੀ ਕਿਤੇ। ਫੈਸ਼ਨਾਂ ਵਾਲੇ ਤੇ ਸਾਈਡ ਤੇ ਰਹਿ ਗਏ, ਉਹ ਸਿੱਖੀ ਨੂੰ ਨਹੀਂ ਲੁੱਟ ਸਕੇ, ਉਹ ਤੇ ਸਾਈਡ ਤੇ ਹਟ ਗਏ। ਕੋਈ ਬੰਦਾ ਫੈਸ਼ਨ ਕਰਦਾ, ਪੁੱਠੇ ਸਿੱਧੇ ਕੱਪੜੇ ਪਾਉਂਦਾ, ਬੰਦਾ ਕਹਿੰਦਾ ਅੱਛਾ ਇਹ ਤੇ ਬੰਦਾ ਹੀ ਨਹੀਂ, ਇਹ ਤੇ ਸਿੱਖ ਹੀ ਨਹੀਂ, ਐ ਕਹਿ ਦਿੰਦੇ ਆ। ਪਰ ਜਿਹੜੇ ਸਾਡੇ ਵਰਗੇ ਐ, ਉਹਨਾਂ ਨੇ ਸਭ ਤੋਂ ਵੱਧ ਨੁਕਸਾਨ ਕੀਤਾ। ਸਾਡੇ ਵਰਗੇ ਕੱਪੜੇ ਪਾ ਕੇ, ਪਹਿਰਾਵਾ ਪਾ ਕੇ। ਤੁਸੀਂ ਨਾ ਲਓ ਵੀ ਫਲਾਣਾ ਬੰਦਾ ਬਹੁਤ ਫੈਸ਼ਨ ਕਰਦਾ ਹੈ, ਉਹਨੇ ਸਿੱਖੀ ਦਾ ਨੁਕਸਾਨ ਕੀਤਾ, ਸਿੱਖਾਂ ਨੂੰ ਲੁੱਟਿਆ ਉਹਨੇ। ਕਿਉਂਕਿ ਸਿੱਖ ਉਹਦੇ ਤੋਂ ਲੁੱਟੇ ਜਾਂਦੇ ਹੀ ਨਹੀਂ, ਸਿੱਖਾਂ ਨੂੰ ਪਹਿਲਾਂ ਹੀ ਵੇਖ ਕੇ ਪਤਾ ਲੱਗ ਜਾਂਦਾ ਹੈ। ਕਿਉਂਕਿ ਉਹ ਬੰਦਾ ਬਾਹਰੋਂ ਇਦਾਂ ਦਾ ਹੁੰਦਾ ਹੈ। ਬੰਦਾ ਆਪਾਂ ਸਿੱਖ ਫਸ ਜਾਗੇ ਉਹਦੇ ਕੋਲ? ਕਦੇ ਨਹੀਂ ਫਸਦੇ, ਅਸੀਂ ਫਸਦੇ ਹੀ ਨਹੀਂ। ਸਿੱਖ ਕਿਉਂ ਫਸੇਗਾ? ਜਿਹੜਾ ਬੰਦਾ ਪੁੱਠੇ ਸਿੱਧੇ ਕੱਪੜੇ ਪਾ ਰਿਹਾ ਹੋਵੇ, ਸ਼ਰਾਬਾਂ ਪੀ ਰਿਹਾ ਹੋਵੇ, ਕੀ ਸਿੱਖ ਉਹੋ ਜਿਹੇ ਬੰਦੇ ਕੋਲ ਫਸਦੇ ਨੇ? ਨਹੀਂ, ਸਿੱਖ ਤੇ ਫਸਦੇ ਹੀ ਸਾਡੇ ਵਰਗੀਆਂ ਬੰਦਿਆਂ ਕੋਲ। ਪਹਿਰਾਵਾ ਜਿਹੜੇ ਲੋਕਾਂ ਨੇ ਪਾਇਆ, ਸਭ ਤੋਂ ਵੱਧ ਨੁਕਸਾਨ ਸਿੱਖੀ ਦਾ ਸਿੱਖਾਂ ਵਾਲਾ ਬਾਣਾ ਪਾ ਕੇ ਹੀ ਕੀਤਾ ਗਿਆ। ਰਿਐਲਿਟੀ ਇਹ ਹੈ, ਸਚਾਈ ਇਹ ਹੈ, ਬਾਹਰੋਂ ਰੂਪ ਬਣਾ ਕੇ। ਤੇ ਇੱਥੇ ਕਬੀਰ ਸਾਹਿਬ ਕਹਿੰਦੇ ਐ, ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਹੁਣ ਇਹ ਗੱਲ ਪਕੜੋ ਵੀ ਜੇ ਅਸੀਂ ਪਹਿਲੇ ਦਿਨ ਤੋਂ ਗੁਰਬਾਣੀ ਨੂੰ ਪੜ੍ਹਦੇ ਹੋਈਏ, ਸਮਝਦੇ ਹੋਈਏ, ਵਿਚਾਰਦੇ ਹੋਈਏ, ਤੇ ਕੀ ਅੱਜ ਕੋਈ ਸਾਨੂੰ ਠੱਗ ਸਕਦਾ? ਫਿਰ ਇਦਾਂ ਇੰਨੇ ਸਾਲਾਂ ਤੋਂ ਤੇ ਗੁਰਬਾਣੀ ਲਿਖਿਆ ਪਿਆ। ਆ ਜਿਹੜੇ ਸ਼ਬਦ ਨੇ 500 ਸਾਲ ਪਹਿਲਾਂ ਤੋਂ ਰਿਕਾਰਡ ਨੇ, ਸੇਵ ਕੀਤੇ ਹੋਏ ਐ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਤੇ ਜੇ ਆਹ ਗੱਲਾਂ ਜਿਹੜੀਆਂ ਨੇ ਅਸੀਂ ਪੜ੍ਹ ਲੈਂਦੇ ਗੁਰਬਾਣੀ 'ਚ, ਫਿਰ ਸਾਨੂੰ ਅੱਜ ਬਾਹਰੀ ਪਹਿਰਾਵੇ ਵਾਲਾ ਠੱਗ ਸਕਦਾ ਸੀ? ਨਹੀਂ। ਅੱਜ ਸਿੱਖਾਂ ਦਾ ਮਹਾਨ ਬੰਦਾ ਕੌਣ ਹੈ? ਜਿੰਨਾ ਵੱਡਾ ਦਾੜਾ, ਜਿੰਨਾ ਗੁਰਸਿੱਖ ਬਣ ਕੇ ਆਏਗਾ, ਬੜਾ ਗੁਰਸਿੱਖ ਹੈ। ਜਿਹਨੂੰ 4 ਅੱਖਰ ਬੋਲਣੇ ਆਉਂਦੇ ਹੋਣ, ਆਪਾਂ ਕਹਿੰਦੇ ਆ ਇਹਦੇ ਵਰਗਾ ਲੀਡਰ ਹੀ ਕੋਈ ਨਹੀਂ, ਲੈਕਚਰ ਬਹੁਤ ਵਧੀਆ ਦੇ ਲੈਂਦਾ। ਪਰ ਗੁਰੂ ਸਾਹਿਬ ਕਹਿੰਦੇ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਧਾ ਕਾਲੀਆਂ, ਬਾਹਰ ਚਿਟਵੀਆਂ। ਜੇ ਆ ਸ਼ਬਦਾਂ ਨੂੰ ਆਪਾਂ ਪੜ੍ਹਦੇ ਤੇ ਲੁੱਟੇ ਕਿਉਂ ਜਾਂਦੇ? ਜੇ ਸਮਝ ਹੁੰਦੀ। ਜੇ ਅਸੀਂ ਕਹਿੰਦੇ ਆ ਵੀ ਗੁਰਬਾਣੀ ਹੈ ਨਾ ਜਿਹੜੀ, ਪੁਰਾਣੇ ਸਮੇਂ ਦੇ ਵਿੱਚ ਪੁਜਾਰੀ ਸੀ, ਪਰ ਪੁਜਾਰੀ ਉਦੋਂ ਵੀ ਸੀ ਤੇ ਪੁਜਾਰੀ ਅੱਜ ਵੀ ਹੈ। ਪੁਜਾਰੀ ਬਦਲਿਆ, ਸਿੱਖਾਂ ਦਾ ਪੁਜਾਰੀ ਬਦਲਿਆ, ਧੰਦਾ ਨਹੀਂ ਬਦਲਿਆ। ਧਿਆਨ ਨਾਲ ਸੁਣਿਓ, ਲੁਟੇਰਾ ਬੈਠਾ ਸੀ, ਧੰਦਾ ਜਿਹੜਾ ਥਾਂ ਸੀ, ਜਿਹੜੀ ਥਾਂ ਤੇ ਲੁੱਟਦਾ ਸੀ, ਧੰਦਾ ਨਹੀਂ, ਧੰਦਾ ਉਵੇਂ ਜਿਵੇਂ ਚੱਲਦਾ ਹੈ। ਪੁਜਾਰੀ ਬਦਲਿਆ, ਪਹਿਲਾਂ ਜਨੇਊ ਪਾ ਕੇ ਲੁੱਟਦਾ ਸੀ, ਧੋਤੀ ਬੰਨ੍ਹ ਕੇ ਲੁੱਟਦਾ ਸੀ, ਬੋਦੀ ਰੱਖ ਕੇ ਲੁੱਟਦਾ ਸੀ। ਹੁਣ ਉਹਨੇ ਕੱਪੜੇ ਬਦਲ ਲਏ, ਹੁਣ ਦਾੜੀ ਵਧਾ ਲਈ, ਪਹਿਰਾਵਾ ਬਦਲ ਲਿਆ, ਧੰਦਾ ਨਹੀਂ ਬਦਲਿਆ, ਸਿਰਫ ਪੁਜਾਰੀ ਬਦਲਿਆ, ਕੰਮ ਉਹੀ ਚੱਲਦਾ, ਲੁੱਟ ਉਵੇਂ ਹੀ ਚੱਲਦੀ ਹੈ। ਧੰਦਾ ਨਹੀਂ ਬਦਲਿਆ, ਪੁਜਾਰੀ ਬਦਲਿਆ, ਸਿਸਟਮ ਹੈ ਇਦਾਂ ਦਾ। ਤੇ ਜਦੋਂ ਅਸੀਂ ਇਹਨਾਂ ਨੁਕਤਿਆਂ ਨੂੰ ਸਮਝਾਂਗੇ, ਸਾਡਾ ਦਿਮਾਗ ਚੱਲੇਗਾ, ਫਿਰ ਛੇਤੀ ਛੇਤੀ ਕਿਉਂ ਲੁੱਟੇ ਜਾਵਾਂਗੇ। ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਕਬੀਰ ਜੀ ਕਹਿੰਦੇ। ਅਗਲੀ ਪੰਕਤੀ ਕੀ ਹੈ? ਧਿਆਨ ਨਾਲ ਸੁਣੀ ਜਾਇਓ। ਐਸੇ ਸੰਤ ਨਾ ਮੋਕੋ ਭਾਵੇ, ਦਾਲਾ ਸਿਉ ਪੇਡਾ ਗਟਕਾਵੇ। ਕਹਿੰਦੇ ਇਹੋ ਜਿਹੇ ਸੰਤ ਨਹੀਂ ਮੈਨੂੰ ਚੰਗੇ ਲੱਗਦੇ, ਜਿਹੜੇ ਸਣੇ ਡਾਣੀਆਂ ਸਾਰਾ ਕੁਝ ਹੀ ਖਾ ਜਾਂਦੇ ਨੇ। ਇਹ ਨਹੀਂ ਵੀ ਕੁਝ ਤੇ ਛੱਡ ਦੇਣ, ਕਹਿੰਦੇ ਸਾਰਾ ਹੀ ਕਹਿੰਦੇ ਪੈਸੇ ਤੇ ਪੈਸੇ। ਸੱਚੀ ਗੱਲ ਦੱਸਾਂ, ਬੜੇ ਡੇਰੇ ਇਦਾਂ ਦੇ ਐ ਜਿੱਥੇ ਕੱਲਾ ਪੈਸਾ ਹੀ ਨਹੀਂ ਲੁੱਟਿਆ ਜਾਂਦਾ, ਟੱਬਰ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਵੀ ਲੁੱਟ ਲਈ ਜਾਂਦੀ ਹੈ। ਆ ਦਿਮਾਗ, ਅਕਲ ਵੀ ਲੁੱਟ ਲਈ ਜਾਂਦੀ ਹੈ, ਦਿਮਾਗ ਤੇ ਡੈਡ ਕਰ ਦਿੱਤਾ ਜਾਂਦਾ ਹੈ। ਹਰ ਚੀਜ਼ ਤੇ ਅੱਖ, ਤਨ ਤੇ ਵੀ ਅੱਖ, ਸਾਡੇ ਤਨ ਤੇ ਵੀ ਅੱਖ, ਸਾਡੇ ਦਿਮਾਗ ਤੇ ਵੀ ਅੱਖ, ਤੇ ਸਾਡੇ ਧਨ ਤੇ ਵੀ ਅੱਖ। ਤਿੰਨੇ ਚੀਜ਼ਾਂ ਲੁੱਟੀਆਂ ਜਾਂਦੀਆਂ, ਇੱਕ ਨਹੀਂ, ਤਿੰਨੇ ਚੀਜ਼ਾਂ ਲੁੱਟੀਆਂ ਜਾਂਦੀਆਂ। ਇਹ ਸੱਚਾਈ ਹੈ। ਤੇ ਕਬੀਰ ਸਾਹਿਬ ਕਹਿੰਦੇ ਐ,
ਐਸੇ ਸੰਤ ਨਾ ਮੋਕੋ ਭਾਵੇਂ, ਡਾਲਾ ਸਿਉ ਪੇਟਾ ਗਟਕਾਵੇਂ। ਕਹਿੰਦੇ ਸੁਣੇ ਡਾਣੀਆਂ, ਕੋਈ ਚੀਜ਼ ਥੋੜਾ ਛੱਡਦੇ ਵੀ ਆ ਇੰਨਾ ਕੁ, ਮਤਲਬ ਇੰਨਾ ਕੁ ਖਾ ਲਓ, ਫਲ ਖਾ ਲਓ, ਫਲ ਨਹੀਂ ਖਾਂਦੇ, ਸੁਣੇ ਡਾਣੀਆਂ ਹੀ ਚੂੰਡ ਲੈਂਦੇ ਨੇ। ਕਈ ਵਾਰੀ ਆਪਾਂ ਵੇਖੀਏ ਨਾ, ਹੁਣ ਫਲ ਫੁੱਲ ਆਪਾਂ ਮੰਨ ਲਓ ਅਮਰੂਦ ਲੱਗਾ ਹੁੰਦਾ ਤੇ ਅਮਰੂਦ ਬੰਦਾ ਤੋੜੇ, ਅਮਰੂਦ ਤੇ ਤੋੜੇ, ਕੱਲਾ ਅਮਰੂਦ ਤੋੜੇ, ਕਹਿੰਦੇ ਸਾਰੀ ਡਾਹਣੀ ਹੋਈ, ਸਾਰੀ, ਕੱਖ ਵੀ ਨਹੀਂ ਛੱਡਣਾ। ਮਤਲਬ ਜੇਬ ਤੇ ਅੱਖ ਤੇ ਹੈ ਹੀ ਹੈ, ਉਸ ਘਰ ਦੀਆਂ ਧੀਆਂ ਭੈਣਾਂ ਤੇ ਵੀ ਅੱਖ, ਉਹਨਾਂ ਦੀ ਪ੍ਰਾਪਰਟੀ ਤੇ ਵੀ ਅੱਖ। ਇਦਾਂ ਦੇ ਲੋਕ ਨੇ। ਤੇ ਗੁਰੂ ਗ੍ਰੰਥ ਸਾਹਿਬ ਐਡਾ ਵੱਡਾ ਸੱਚ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਸਮਾਜ ਵਿੱਚ ਜੇ ਆਹ ਸ਼ਬਦ ਜਿਹੜੇ ਹੈ ਆਪਾਂ ਰਲ ਕੇ ਪੜ੍ਹਦੇ ਹੋਈਏ ਤੇ ਸਰਸੇ ਵਾਲਾ ਪੰਜਾਬ ਦੇ ਲੋਕਾਂ ਨੂੰ ਲੁੱਟ ਸਕਦਾ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ। ਬੋਲੋ ਯਾਰ, ਬੋਲੋ ਬਈ, ਨਹੀਂ ਲੁੱਟ ਸਕਦਾ ਨਾ। ਆਹ ਸ਼ਬਦ ਜਿਹੜੇ ਨੇ, ਇਹਨਾਂ ਸ਼ਬਦਾਂ ਦੀ ਵਿਆਖਿਆ ਸਹੀ ਢੰਗ ਨਾਲ ਕਰੋ। ਕੱਲੇ ਪਾਂਡਿਆਂ ਤੇ ਨਾ ਲਾਓ, ਆਪਣੇ ਅੱਜ ਦਿਆਂ ਦੇ ਤੇ ਵੀ ਲਾਓ। ਫਿਰ ਬੰਦਾ ਬੁੱਧੂ ਬਣੇਗਾ ਕਿਵੇਂ? ਕਿਸੇ ਦੀ ਧੀ ਨਾਲ ਇਦਾਂ ਕਿਵੇਂ ਹੋਏਗਾ? ਕਿਸੇ ਦਾ ਪੈਸਾ ਕਿਉਂ ਲੁੱਟਿਆ ਜਾਏਗਾ? ਸਹੀ ਤਰੀਕੇ ਸਿਰ ਵਿਆਖਿਆ ਕਰ ਦਿਓ, ਸਮਝਾ ਦਿਓ। ਨਾ ਸਮਝੇ ਤੇ ਨਾ ਸਾਨੂੰ ਸਮਝਾਇਆ। ਖੁੱਲ ਕੇ ਕਿੱਦਾਂ ਵਿਆਖਿਆ ਕਰ ਦੇਣਗੇ? ਜੇ ਸਾਡੇ ਵਰਗੇ ਸਿੱਖ ਵਿਆਖਿਆ ਕਰਨਗੇ, ਕਹਿਣਗੇ ਪਾਂਡੇ ਨੂੰ ਕਿਹਾ, ਪੁਜਾਰੀ ਨੂੰ ਕਿਹਾ, ਜਨੇਊ ਵਾਲੇ ਨੂੰ ਕਿਹਾ, ਗਾਤਰਿਆਂ ਵਾਲਿਆਂ ਨੂੰ ਥੋੜਾ ਕਿਹਾ। ਪਰ ਉਦੋਂ ਜਦੋਂ ਕਬੀਰ ਜੀ ਕਹਿ ਰਹੇ ਨੇ, ਉਦੋਂ ਗਾਤਰਿਆਂ ਵਾਲੇ ਹੈ ਨਹੀਂ ਸੀ, ਨਹੀਂ ਤੇ ਛੱਡਣਾ ਨਹੀਂ ਸੀ ਉਹਨਾਂ ਨੇ ਸਾਨੂੰ ਵੀ। ਦੱਸੋ, ਜੇ ਜਨੇਊ ਵਾਲਿਆਂ ਨੂੰ ਕਹਿ ਸਕਦੇ ਨੇ, ਗਾਤਰਿਆਂ ਵਾਲਿਆਂ ਨੂੰ ਨਹੀਂ ਕਹਿਣਗੇ? ਬੋਲੋ ਯਾਰ, ਕਹਿਣਗੇ ਕਿ ਨਹੀਂ? ਕਹਿਣਗੇ, ਕਿਉਂਕਿ ਧੰਦਾ ਤੇ ਸਾਡਾ ਉਹੀ ਹੈ। ਪੁਜਾਰੀ ਬਦਲ ਗਿਆ, ਬਾਹਰਲਾ ਰੂਪ ਬਦਲ ਗਿਆ ਬਸ। ਤਾਂ ਕਰਕੇ ਕਹਿੰਦੇ ਇਹੋ ਜਿਹੇ ਸਾਨੂੰ ਨਹੀਂ ਚੰਗੇ ਲੱਗਦੇ, ਇਹੋ ਜਿਹੇ ਸਾਨੂੰ ਨਹੀਂ ਵਧੀਆ ਲੱਗਦੇ। ਤੇ ਅੱਗੇ ਕੀ ਕਹਿੰਦੇ ਆ? ਬਾਸਨ ਮਾਂਜ ਚਰਾਵੇ ਉਪਰ, ਕਾਠੀ ਤੋਏ ਜਲਾਵੇ। ਕਹਿੰਦੇ ਸੁਣਿਓ, ਕਹਿੰਦੇ ਪਖੰਡੀ ਏਡੇ ਐ, ਕਹਿੰਦੇ ਉੱਤੋਂ ਇੰਨੇ ਚੰਗੇ ਬਣਦੇ ਐ, ਇੰਨੇ ਵਧੀਆ ਬਣਦੇ ਐ ਕਿ ਭਾਂਡੇ ਧੋ ਕੇ ਚੰਗੀ ਤਰ੍ਹਾਂ, ਭਾਂਡੇ ਧੋ ਕੇ ਸਫਾਈ, ਭਾਂਡੇ ਵੀ ਚੰਗੀ ਤਰ੍ਹਾਂ ਧੋਂਦੇ ਐ। ਤੇ ਜਿਹੜੀ ਲੱਕੜ ਵੀ ਬਾਲਦੇ ਆ ਨਾ ਚੁੱਲ੍ਹੇ 'ਚ, ਲੱਕੜ ਨੂੰ ਵੀ ਪਹਿਲਾਂ ਧੋਂਦੇ ਐ ਫੇਰ ਬਾਲਦੇ ਐ। ਉੱਤੋਂ ਇੰਨੇ ਸੁੱਚੇ ਬਣਦੇ ਐ, ਇੰਨੇ ਸੁੱਚੇ ਬਣਦੇ ਐ ਵੀ ਲੱਕੜ ਨੂੰ ਵੀ ਪਹਿਲਾਂ, ਅੱਗ ਬਾਲਣ ਤੋਂ ਪਹਿਲਾਂ ਲੱਕੜ ਵੀ ਧੋਂਦੇ ਐ। ਉੱਤੋਂ ਇੰਨਾ ਪਖੰਡ ਕਰਦੇ ਐ, ਇੰਨੇ ਚੰਗੇ ਬਣਦੇ ਆ ਵੀ ਅਸੀਂ, ਸਾਡੇ ਵਰਗਾ ਤੇ ਵਧੀਆ ਹੀ ਕੋਈ ਨਹੀਂ। ਇਹ ਤੇ ਹੋ ਗਏ, ਇਹ ਤੇ ਗੱਲ ਕਰਦੇ ਨੇ ਉਸ ਵੇਲੇ ਦੇ ਬ੍ਰਾਹਮਣ ਦੀ। ਤੇ ਸਾਡੇ ਵਾਲੇ ਵੀ ਨਹੀਂ, ਜੇ ਮਾਈਕ ਨੂੰ ਵੀ ਹੱਥ ਲਾਉਣਾ ਐ ਲਾਉਣਗੇ, ਕਹਿਣਗੇ ਹੱਥ ਨਾ ਲੱਗ ਜੇ ਕਿਸੇ ਨੂੰ। ਆਪਣੇ ਵਰਗਾ ਬੰਦਾ ਕਹਿੰਦਾ ਵੀ ਅੱਛਾ, ਜਿਵੇਂ ਮਖਿਆਲ ਚੋਣ ਵਾਲੇ ਨਹੀਂ ਹੁੰਦੇ, ਏਦਾਂ ਲੁਕੋ ਕੇ ਰੱਖਦੇ ਨੇ ਹੱਥ, ਹੱਥ ਨਾ ਲੱਗ ਜੇ ਕਿਸੇ ਚੀਜ਼ ਨੂੰ, ਹੱਥ ਐ ਰੱਖਣਗੇ। ਆਪਣੇ ਆਪ ਨੂੰ ਇੰਨਾ ਮਾਂਜਣਗੇ, ਇੱਥੇ ਤੱਕ ਹੱਥ ਮਾਂਜੀ ਜਾਣਗੇ ਸਾਰਾ ਦਿਨ। ਸਫਾਈ ਰੱਖਣੀ ਹੋਰ ਚੀਜ਼ ਹੈ, ਪਰ ਸੁਚਮਤਾ ਦਾ ਸੰਬੰਧ ਨਹੀਂ ਕੋਈ। ਸਫਾਈ ਰੱਖੋ, ਪਰ ਸੁੱਚੀ ਇੱਥੇ ਕੋਈ ਚੀਜ਼ ਹੈ ਹੀ ਨਹੀਂ। ਪਾਣੀ ਵੀ ਝੂਠਾ, ਇਹਦੇ ਵਿੱਚ ਜੀਵ ਹੈਗੇ ਕਿ ਨਹੀਂ ਹੈਗੇ? ਪਾਣੀ ਵਿੱਚ ਜੀਵ ਨੇ। ਤੁਸੀਂ ਪਾਣੀ ਨੂੰ 10 ਦਿਨ ਖਿਲਾਰੋ, ਇਹਦੇ ਜੀਵ ਆਪਣੇ ਆਪ ਪ੍ਰਗਟ ਹੋ ਜਾਣਗੇ। ਜਿਹੜੇ ਨਿੱਕੇ ਨੇ ਪਾਣੀ ਦੇ ਵਿੱਚ ਬੈਕਟੀਰੀਆ ਹੈਗਾ, ਪਾਣੀ ਦੇ ਵਿੱਚ ਹੈ, 10 ਦਿਨ ਪਾਣੀ ਨੂੰ ਪਿਆ ਰਹਿਣ ਦਿਓ, ਛੇੜਿਓ ਨਾ, ਇੱਥੇ ਬਾਹਰ ਰੱਖ ਦਿਓ, ਬੱਠਲ ਭਰ ਕੇ ਰੱਖ ਦਿਓ। ਇਹਦੇ ਜੀਵ ਜਿਹੜੇ ਇਹਦੇ ਵਿੱਚ ਨੇ ਆਪਣੇ ਆਪ ਹੀ ਬਾਹਰ ਆ ਜਾਣਗੇ, ਪ੍ਰਗਟ ਹੋ ਜਾਣਗੇ, ਸ਼ੇਪ ਬਣਾ ਲੈਣਗੇ। ਹਰ ਪਾਣੀ ਦੇ ਵਿੱਚ ਜੀਵ ਹੈ। ਪਹਿਲਾਂ ਪਾਣੀ ਜੀਓ ਹੈ। ਹਰ ਚੀਜ਼ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਹੁਣ ਜਿਹੜਾ ਪਾਣੀ ਆਪ ਹੀ ਝੂਠਾ ਹੈ, ਉਹਦੇ ਨਾਲ ਸੁੱਚਾ ਕਿਵੇਂ ਹੋ ਜੂ? ਸੁੱਚੀ ਕੋਈ ਚੀਜ਼ ਹੋ ਹੀ ਨਹੀਂ ਸਕਦੀ ਦੁਨੀਆ 'ਚ, ਕੋਈ ਚੀਜ਼ ਸੁੱਚੀ ਨਹੀਂ ਹੋ ਸਕਦੀ। ਮਿੱਟੀ ਨਾਲ ਮਾਂਜੋਗੇ ਉਹ ਵੀ ਝੂਠੀ ਹੈ, ਹਰ ਚੀਜ਼ ਝੂਠੀ ਹੈ। ਫਿਰ ਤੁਸੀਂ ਕਹੋਗੇ ਵੀ ਸੁੱਚਾ ਕੀ ਹੁੰਦਾ ਹੈ? ਸੁੱਚਾ ਹੁੰਦਾ ਤੇਰਾ ਮਨ, ਤੇਰੇ ਵਿਚਾਰ ਸੁੱਚੇ ਹੋ ਸਕਦੇ ਨੇ। ਇੱਕੋ ਚੀਜ਼ ਸੁੱਚੀ ਹੋ ਸਕਦੀ, ਤੁਹਾਡਾ ਮਾਈਂਡ। ਹੋਰ ਕੋਈ ਚੀਜ਼ ਸੁੱਚੀ ਨਹੀਂ ਹੁੰਦੀ। ਕਹਿੰਦੇ ਜਿੰਨਾ ਮਰਜ਼ੀ ਨਹਾਈ ਜਾ, ਮਾਂਜੀ ਜਾ,
ਇਹਨੂੰ ਕਿਹਾ ਕਰੋ ਮੈਂ ਸਫਾਈ ਰੱਖਦਾ, ਮੈਂ ਭਾਂਡੇ ਮਾਂਜਦਾ, ਮੈਂ ਹੱਥ ਮਾਂਜਦਾ। ਇਹਦਾ ਸੰਬੰਧ ਸਫਾਈ ਨਾਲ ਹੈ, ਇਹਦਾ ਸੰਬੰਧ ਸੁਚਮਤਾ ਦੇ ਨਾਲ ਨਹੀਂ ਹੈ। ਇਹਦਾ ਸੰਬੰਧ ਸਫਾਈ ਨਾਲ ਹੈ, ਸੁੱਚੀ ਨਹੀਂ ਕੋਈ ਚੀਜ਼ ਹੁੰਦੀ। ਗੁਰੂ ਸਾਹਿਬ ਦਾ ਬਚਨ ਪੜ੍ਹਦੇ ਨਹੀਂ, ਕਹਿੰਦੇ ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ। ਕਹਿੰਦੇ ਔਰਤ ਨੂੰ ਕਹਿੰਦੇ ਸੀ 5 ਦਿਨ ਮਹੀਨੇ ਵਿੱਚ 5 ਦਿਨ ਇਹ ਗੁਰਦੁਆਰੇ ਇਹ ਮੰਦਿਰ 'ਚ ਨਹੀਂ ਵੜ ਸਕਦੀ। ਕਹਿੰਦੇ ਬੀਬੀ ਦੇ 5 ਦਿਨ ਮਾੜੇ ਨੇ, ਅਪਵਿੱਤਰ ਹੋ ਜਾਂਦੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ। ਕਹਿੰਦੇ ਮਹੀਨੇ ਬਾਅਦ ਇਹਨੂੰ ਇੱਕ ਟਾਈਮ ਆਉਂਦਾ ਹੈ, ਤੇ ਤੂੰ ਕਹਿੰਦਾ ਹੈ ਇਹ ਝੂਠੀ ਹੋ ਗਈ। ਤੂੰ ਕਹਿੰਦਾ ਇਹ ਮੰਦਿਰ 'ਚ ਨਾ ਵੜੇ, ਇਹ ਨੇੜੇ ਨਾ ਆਵੇ, ਇਹ ਮੰਦਿਰ 'ਚ ਨਹੀਂ ਵੜ ਸਕਦੀ, ਹੱਥ ਨਹੀਂ ਲਾ ਸਕਦੀ। ਕਹਿੰਦੇ ਤੂੰ ਇਹਨੂੰ ਮਾੜੀ ਕਹਿੰਦਾ। ਉਹਦੇ ਤੇ ਮਹੀਨੇ 'ਚ 5 ਦਿਨ ਆਉਂਦੇ ਐ, ਤੇਰੇ ਤੇ ਮੂੰਹ ਵਿੱਚ ਹਰ ਵੇਲੇ ਝੂਠ ਰਹਿੰਦੀ ਹੈ। ਤੂੰ ਤੇ ਹਰ ਵੇਲੇ ਝੂਠਾ, ਝੂਠ ਬੋਲਦਾ ਹਰ ਵੇਲੇ। ਔਰਤ ਨੂੰ ਕਹਿੰਦਾ ਤੂੰ ਨੇੜੇ ਨਾ ਲੱਗੀ, ਉਹਨੂੰ ਤੂੰ ਇਹ ਕਹਿੰਦਾ, ਪਰ ਆਪ ਤੇ ਤੇਰੇ ਮੂੰਹ ਵਿੱਚ ਹਰ ਵੇਲੇ ਝੂਠ ਰਹਿੰਦੀ ਹੈ। ਗੁਰੂ ਨਾਨਕ ਬਾਬਾ ਜੀ ਕਹਿੰਦੇ ਜਿਉਂ ਜੋਰੂ ਸਿਰਨਾਵਣੀ, ਸਿਰ ਨਹਾਉਣੀ। ਸਿਰਨਾਵਣੀ ਸਿਰ ਨਹਾਉਣਾ ਨਹੀਂ ਹੁੰਦਾ, ਬਾਅਦ 'ਚ ਇਸ਼ਨਾਨ ਕਰਨਾ। ਕਹਿੰਦੇ ਉਹਨੂੰ ਸਿਰਨਾਵਣੀ ਕਹਿੰਦੇ ਨੇ, ਉਹਦਾ ਪੀਰੀਅਡ ਦਾ ਸਮਾਂ ਹੁੰਦਾ ਹੈ। ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ, ਮਹੀਨੇ ਮਹੀਨੇ ਬਾਅਦ। ਪਰ ਕਹਿੰਦੇ ਤੇਰੇ ਮੂੰਹ ਵਿੱਚ ਤੇ ਹਰ ਸਮੇਂ ਝੂਠ ਰਹਿੰਦੀ ਹੈ, ਉਹਨੂੰ ਤੇ ਮਹੀਨੇ ਬਾਅਦ ਆਊ, ਤੇਰੇ ਮੂੰਹ 'ਚ ਹਰ ਵੇਲੇ ਝੂਠ। ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ, ਝੂਠੈ ਝੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ। ਫਿਰ ਮਹਾਰਾਜ ਆ ਲੋਕ ਨਹਾਉਂਦੇ ਫਿਰਦੇ ਨੇ, ਕਹਿੰਦੇ ਪਵਿੱਤਰ ਹੋ ਗਏ। ਕਹਿੰਦੇ ਸੂਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ। ਕਹਿੰਦੇ ਕੱਪੜੇ ਧੋ ਕੇ, ਪਿੰਡਾ ਧੋ ਕੇ ਕੋਈ ਸੁੱਚਾ ਨਹੀਂ ਹੋ ਜਾਂਦਾ। ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਮਨ ਸੁੱਚਾ ਕੀਤਾ ਜਿੰਨੇ। ਮੈਂ ਫਿਰ ਕਹਿਣ ਲੱਗਾ, ਬਾਹਰਲੀਆਂ ਚੀਜ਼ਾਂ ਸਾਫ਼ ਹੋ ਸਕਦੀਆਂ, ਸੁੱਚੀਆਂ ਨਹੀਂ ਹੋ ਸਕਦੀਆਂ। ਸਰੀਰ ਸਾਫ਼ ਹੋ ਸਕਦਾ, ਸੁੱਚਾ ਨਹੀਂ ਹੋ ਸਕਦਾ। ਸੁੱਚੀ ਕੋਈ ਚੀਜ਼ ਨਹੀਂ ਹੁੰਦੀ, ਸਾਫ਼ ਹੁੰਦੀ ਹੈ। ਸੁੱਚੀ ਇੱਕੋ ਚੀਜ਼ ਹੋ ਸਕਦੀ, ਉਹ ਹੈ ਤੁਹਾਡਾ ਮਾਈਂਡ, ਤੁਹਾਡਾ ਮਨ। ਤੁਹਾਡੇ ਵਿਚਾਰ ਚੰਗੇ ਹੋ ਗਏ, ਸੁੱਚੇ ਹੋ ਗਏ, ਤੁਸੀਂ ਸੁੱਚੇ ਹੋ ਗਏ। ਆ ਗਈ ਗੱਲ ਪਕੜ 'ਚ। ਹੁਣ ਇੱਥੇ ਭਗਤ ਕਬੀਰ ਸਾਹਿਬ ਦਾ ਜਿਹੜਾ ਇਹ ਸ਼ਬਦ ਹੈ, ਉਹ ਕਹਿੰਦੇ ਆ ਤੁਸੀਂ ਹੱਦ ਕੀਤੀ ਪਈ ਹੈ। ਕਹਿੰਦੇ ਬਾਹਰੋਂ ਇੰਨੇ ਪਵਿੱਤਰ ਜਾਪਦੇ ਐ, ਬਾਹਰੋਂ ਕਹਿੰਦੇ ਇੰਨੇ ਚੰਗੇ ਬਣਦੇ ਆ ਵੀ ਜਿਹੜੇ ਭਾਂਡੇ ਵੀ ਚੰਗੀ ਤਰ੍ਹਾਂ ਮਾਂਜਦੇ ਐ, ਤੇ ਜਿਹੜੀ ਅੱਗ ਬਾਲਣੀ ਹੁੰਦੀ ਹੈ, ਅੱਗ ਵੀ ਚੁੱਲ੍ਹੇ ਵਿੱਚ ਪਹਿਲਾਂ ਬਾਲਣ ਤੋਂ ਪਹਿਲਾਂ ਲੱਕੜਾਂ ਨੂੰ ਵੀ ਚੰਗੀ ਤਰ੍ਹਾਂ ਧੋਂਦੇ ਐ। ਵੇਖਣ ਵਾਲੇ ਨੂੰ ਇਹ ਲੱਗਦਾ ਵੀ ਇਹਦੇ ਵਰਗਾ ਤੇ ਪਵਿੱਤਰ ਹੀ ਕੋਈ ਨਹੀਂ, ਇਹਦੇ ਵਰਗਾ ਤੇ ਚੰਗਾ ਹੀ ਕੋਈ ਨਹੀਂ। ਕਹਿੰਦੇ ਵੇਖਣ ਵਾਲੇ ਨੂੰ ਐ ਲੱਗਦਾ ਵੀ ਕਿੰਨਾ ਪਵਿੱਤਰ ਬੰਦਾ ਹੈ। ਅਗਲੀ ਪੰਕਤੀ ਸੁਣੋ, ਇਕੱਠੀਆਂ ਪੜਿਓ ਦੋਨੇ। ਬਾਸਨ ਮਾਂਜ ਚੁਰਾਵੇ ਉੱਪਰ ਕਾਠੀ ਧੋਏ ਜਲਾਵੇ, ਬਸਦਾ ਖੋਦ ਕਰੇ ਦੋਏ ਚੁੱਲੇ ਸਾਰੇ ਮਾਨਸ ਖਾਵੇ। ਪਰ ਇੱਕ ਗੱਲ ਹੋਰ ਵੇਖੋ, ਕਹਿੰਦੇ ਜਦੋਂ ਇਹ ਅੱਗ ਬਾਲਦੇ ਆ, ਇੱਕ ਸਿੱਧੀ ਅੱਗ ਨਹੀਂ ਪਾਉਂਦੇ। ਜਿਹੜੇ ਪੁਰਾਣੇ ਬ੍ਰਾਹਮਣ ਹੁੰਦੇ ਸੀ ਨਾ, ਪੁਜਾਰੀ, ਉਹ ਚੁੱਲ੍ਹੇ ਵੀ 2 ਬਾਲਦੇ ਸੀ। ਇੱਕ ਚੁੱਲ੍ਹੇ ਵਿੱਚ ਅੱਗ ਬਾਲਣੀ, ਅੱਗ ਨੂੰ ਕਹਿੰਦੇ ਸੀ ਜੂਠੀ ਹੈ, ਅੱਗ ਸਿੱਧੀ ਨਾ ਭਾਂਡੇ ਨੂੰ ਲੱਗੇ। ਅੱਗ ਹੋਰ ਚੁੱਲ੍ਹੇ 'ਚ ਬਾਲਣੀ, ਨਾਲ 2 ਚੁੱਲ੍ਹੇ ਬਣਾਉਂਦਾ ਸੀ। ਸੇਕ ਦੂਜੇ ਚੁੱਲ੍ਹੇ ਵਿੱਚ ਆਪੇ ਜਾਵੇ, ਮਤਲਬ ਕਹਿਣ ਦਾ ਸਿੱਧੀ ਅੱਗ ਵੀ ਭਾਂਡੇ ਨੂੰ ਟੱਚ ਨਾ ਕਰੇ, ਅੱਗ ਜੂਠੀ ਹੈ। 2 ਚੁੱਲ੍ਹੇ ਬਣਾਉਂਦਾ ਸੀ। ਕਹਿੰਦੇ ਇੱਕ ਚੁੱਲ੍ਹੇ 'ਚ ਅੱਗ ਬਾਲਦਾ ਸੀ, ਲੱਕੜਾਂ ਪਹਿਲਾਂ ਧੋਣੀਆਂ, ਧੋ ਕੇ ਇਸ ਚੁੱਲ੍ਹੇ ਵਿੱਚ ਬਾਲਣੀਆਂ, ਚੁੱਲ੍ਹੇ ਨਾਲ ਨਾਲ ਇਹ 2 ਬਣਾ ਲੈਂਦਾ ਸੀ, ਵਿੱਚ ਦੀ ਮੋਹਰਾ ਕੱਢ ਲੈਂਦਾ, ਸੇਕ ਜਾਵੇ ਅੱਗ ਨਾ ਜਾਵੇ। ਅੱਗ ਝੂਠੀ ਹੈ, ਸੇਕ ਕਹਿੰਦਾ ਸੁੱਚਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੈ ਕਿ ਨਹੀਂ? ਆਪਾਂ ਸਾਰੇ ਹੱਸਦੇ ਕਿ ਨਹੀਂ? ਵੇਖੋ ਏਦਾਂ ਹੀ ਲੋਕੀ ਜਦੋਂ ਆਪਾਂ ਪੁੱਠੇ ਕੰਮ ਕਰਦੇ ਆ ਉਦੋਂ ਹੱਸਦੇ ਆ, ਵੀ ਲੈ ਦੱਸ ਆਹ ਕੀ ਕਰਦਾ ਫਿਰਦਾ। ਏਦਾਂ ਗੱਲਾਂ ਸੋਚਦਾ, ਸਾਡੀਆਂ ਗੱਲਾਂ ਵੇਖ ਕੇ ਵੀ ਤੇ ਅਗਲਾ ਹੱਸਦਾ ਹੀ ਹੈ। ਕਹਿੰਦੇ 2 ਚੁੱਲ੍ਹੇ ਬਣਾਉਂਦਾ, ਬਾਹਲਾ ਆਪਣੇ ਆਪ ਨੂੰ ਪਵਿੱਤਰ ਬਣ ਜਾਂਦਾ ਹੈ। ਮੇਰੇ ਵਰਗਾ ਤੇ ਧਰਮੀ ਕੋਈ ਨਹੀਂ, ਮੇਰੇ ਵਰਗਾ ਤੇ ਚੰਗਾ ਕੋਈ ਨਹੀਂ। ਅੱਗੇ ਸੁਣ ਲਓ ਕਬੀਰ ਸਾਹਿਬ।
ਓਏ ਪਾਪੀ ਸਦਾ ਫਿਰੈ ਅਪਰਾਧੀ, ਮੁਖ ਹੋਆ ਪਰਸ ਕਹਾਵੇ। ਇੱਕ ਇਹ ਪੰਕਤੀ ਦਾ ਇੱਕ ਵਿੱਚ ਆਪਾਂ ਅਰਥ ਰਹਿ ਗਿਆ, ਪਿਛਲੀ ਪੰਕਤੀ ਫੇਰ ਦੁਬਾਰਾ ਪੜੋ। ਬਸਦਾ ਖੋਦ ਕਰੇ ਦੋਏ ਚੁੱਲੇ, ਸਾਰੇ ਮਾਨਸ ਖਾਵੇ। ਕਹਿੰਦੇ ਚੁੱਲ੍ਹੇ ਦੋ ਬਣਾਉਂਦਾ ਹੈ, ਭਾਂਡੇ ਮਾਂਜ ਕੇ ਅਲੱਕਣਾ ਧੋ ਕੇ ਬਾਲਦਾ ਹੈ, ਪਰ ਬੰਦਾ ਸਬੂਤੇ ਦਾ ਸਬੂਤਾ ਹੀ ਖਾ ਜਾਂਦਾ ਹੈ ਸਾਰਾ ਕੁਝ, ਉਹਦਾ ਅੱਗ ਧੋ ਕੇ। ਸੱਚੀ ਯਾਰ ਇਦਾਂ ਹੀ ਹੈ, ਸਾਡੇ ਵਾਲੇ ਕਿਹੜਾ ਘੱਟ ਹੈ, ਉੱਤੋਂ ਇੰਨੇ ਪਵਿੱਤਰ ਹੈ, ਹੱਥ ਉੱਤ ਰੱਖਣਗੇ, ਪਰ ਜਦ ਦੱਬਣੀ ਹੋਵੇ ਜ਼ਮੀਨ 50-50 ਕਿੱਲੇ ਦੱਬ ਜਾਂਦੇ ਕਿਸੇ ਦੇ, ਘਾਲੇ ਕਰ ਦਿੰਦੇ ਨੇ। ਮੁੜ ਕੇ ਅਗਲਾ ਉਹ ਤਾਂ ਹੁਣ ਬਦਲ ਗਿਆ ਜ਼ਮਾਨਾ, ਜ਼ਮੀਨਾਂ ਹੀ ਜ਼ਮੀਨਾਂ ਦੱਬੀਆਂ ਪੁਰਾਣੀਆਂ, ਵੇਖ ਲਿਓ, ਕਿਤੇ 10 ਕਿੱਲੇ ਦੱਬ ਲਏ, ਕਿਤੇ 20 ਕਿੱਲੇ ਦੱਬ ਲਏ। ਹੁਣ 50-50 ਕਿੱਲਿਆਂ ਦੀ ਦੱਬੀ ਹੈ, ਇੱਕ ਜਥੇਬੰਦੀ ਹੈ, ਜ਼ਮੀਨ 1000 ਕਿੱਲਾ ਹੈ, ਇਹ ਲਈ ਨਹੀਂ ਹੋਈ, ਦੱਬੀ ਹੋਈ ਹੈ। ਜ਼ਮੀਨਾਂ ਲਈਆਂ ਨਹੀਂ, ਦੱਬੀਆਂ ਹੈ। ਹੁਣ ਤੇ ਸੋਸ਼ਲ ਮੀਡੀਆ ਆ ਗਿਆ, ਹੁਣ ਤੇ ਅਗਲੇ ਗਲ ਪੈ ਜਾਂਦੇ ਨੇ, ਪਤਾ ਲੱਗ ਜਾਂਦਾ, ਵੀਡੀਓ ਬਣਾ ਕੇ ਪਾ ਦਿੰਦਾ, ਤਾਂ ਮਾੜਾ ਜਿਹਾ ਇਹਨਾਂ ਤੇ ਸਕੰਜਾ ਕੱਸਿਆ ਹੈ। ਜੇ ਸਾਧਾਂ ਤੇ ਸਕੰਜਾ ਕੱਸਿਆ ਹੈ, ਉਹ ਧਰਮ ਨੇ ਨਹੀਂ ਕੱਸਿਆ, ਇਹ ਧਰਮ ਤੁਰਮ ਤੋਂ ਕੋਈ ਨਹੀਂ ਡਰਦੇ, ਇਹ ਡਰੇ ਹੈ ਮੀਡੀਏ ਤੋਂ। ਸਾਇੰਸ ਨੇ ਸਕੰਜਾ ਕੱਸਿਆ, ਸਾਇੰਸ ਨੇ ਇਹਨਾਂ ਨੂੰ ਸਿੱਧਾ ਕੈਮਰਿਆਂ ਨੇ ਕੀਤਾ, ਕੈਮਰਿਆਂ ਨੇ ਸਿੱਧਾ ਕੀਤਾ, ਨਾ ਕਿ ਧਰਮ ਨੇ। ਮੈਂ ਪਿਛਲੇ ਐਤਵਾਰ ਕਿਹਾ ਸੀ, ਪੋਥੀ ਤੇ ਹੱਥ ਰੱਖ ਕੇ ਨਾ ਐ ਕਹਿੰਦੇ ਐ, ਜੋ ਕਹੂੰਗਾ ਸੱਚ ਕਹੂੰਗਾ, ਸੱਚ ਕੇ ਸਿਵਾ, ਇਦਾਂ ਹੀ ਕਹਿੰਦੇ ਐ। ਪਰ ਪੋਥੀ ਤੇ ਹੱਥ ਰੱਖ ਕੇ ਲੁੱਟਦੇ ਕਿ ਨਹੀਂ ਲੁੱਟਦੇ? ਸਾਡੇ ਲੀਡਰ ਵੀ ਜਦੋਂ ਮੰਤਰੀ ਬਣਦੇ ਆ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਬਣਦੇ ਆ, ਕਸਮ ਖਾਂਦੇ ਕਿ ਨਹੀਂ ਖਾਂਦੇ? ਤੇ ਕਿੰਨੇ % ਮੰਤਰੀ ਨੇ ਜਿਹੜੇ ਕਸਮ ਖਾਣ ਤੋਂ ਬਾਅਦ ਸੰਵਿਧਾਨ ਦੀ, ਧਰਮ ਦੀ, ਰੱਬ ਦੀ, ਗੋਡ ਦੀ, ਭਗਵਾਨ ਦੀ ਕਸਮ ਖਾਂਦੇ ਨੇ। ਕਸਮ ਖਾ ਕੇ ਭਾਵੇਂ ਕਾਮਰੇਡ ਵੀ ਹੋਵੇ, ਰੱਬ ਨੂੰ ਨਹੀਂ ਵੀ ਮੰਨਦਾ, ਪਰ ਜਿੱਦੇ ਕਸਮ ਖਾ ਕੇ ਜਿੱਦੇ ਮੰਤਰੀ ਬਣਦਾ, ਸਹੁੰ ਚੁੱਕਦੇ ਨੇ ਨਾ, ਸਹੁੰ ਚੁੱਕ ਸਮਾਗਮ ਹੁੰਦਾ ਹੈ ਨਾ, ਬੋਲੋ ਯਾਰ, ਸਹੁੰ ਚੁੱਕ ਕਸਮ ਖਾਂਦੇ ਨੇ ਨਾ, ਤੇ ਮੈਨੂੰ ਪਰਸੈਂਟੇਜ ਬੋਲੋ ਵੀ ਕਿੰਨੇ % ਨੇ ਜਿਹੜੇ ਕਸਮ ਖਾ ਕੇ ਮੁੜ ਕੇ ਸਹੀ ਕੰਮ ਕਰਦੇ ਨੇ? ਪਰਸੈਂਟੇਜ ਬੋਲੋ। 100 ਚੋਂ 2% ਚੰਗੇ, 2%, 98% ਕਸਮ ਖਾ ਕੇ ਮੁੱਕਰ ਜਾਂਦੇ ਐ। ਡਰਦੇ ਐ? ਨਹੀਂ ਡਰਦੇ। ਪਰ ਜੇ ਮਾੜਾ ਮੋਟਾ ਮੰਤਰੀ ਡਰਦੇ ਐ, ਕਸਮਾਂ ਤੋਂ, ਰੱਬ ਤੋਂ ਨਹੀਂ ਡਰਦੇ, ਕੈਮਰਿਆਂ ਤੋਂ ਡਰਦੇ ਐ। ਇਹਨਾਂ ਤੇ ਸਕੰਜਾ ਕਿਹਨੇ ਕੱਸਿਆ? ਅਸੀਂ ਕਹਿੰਦੇ ਆ ਲੋਕੀ ਨਾ ਝੂਠ ਬੜੇ ਬੋਲਦੇ ਨੇ ਯਾਰ, ਜਿਨ੍ਹਾਂ ਦਾ ਜਿਹੜੇ ਕਸਮਾਂ ਖਾ ਕੇ ਏਡੀ ਵੱਡੀ ਪੱਧਰ ਤੇ ਉਹ ਝੂਠ ਬੋਲਦੇ ਨੇ, ਆਮ ਜਨਤਾ ਨੇ ਤੇ ਫਿਰ ਬੋਲਣਾ ਹੀ ਹੈ। ਸਹੁੰ ਚੁੱਕ ਕੇ ਜਾਚ ਨਹੀਂ ਸਿਖਾਤੀ ਲੋਕਾਂ ਨੂੰ ਵੀ ਧਰਮ ਤੁਰਮ ਕੋਈ ਗੱਲ ਨਹੀਂ ਹੁੰਦੀ, ਜਿੱਥੇ ਲੋੜ ਪਵੇ ਸਹੁੰ ਚੁੱਕ ਲਿਆ ਕਰੋ, ਮੁੜ ਕੇ ਜਿਵੇਂ ਮਰਜ਼ੀ ਕਰੀ ਜਾਓ। ਵੱਡੇ ਤੋਂ ਲੈ ਕੇ ਛੋਟੇ ਤੱਕ ਕਸਮ ਖਾ ਕੇ ਡਿਊਟੀ ਸ਼ੁਰੂ ਕਰਦੇ ਨੇ, ਪਰ ਉਹ ਕਸਮ ਦੀ ਕੋਈ ਵੀ ਕੀਮਤ ਨਹੀਂ। ਦੱਸ ਦਿਓ ਜੇ ਹੈਗੀ ਹੈ ਤਾਂ। ਕਰਦੇ ਆ ਕਿ ਨਹੀਂ ਏਦਾਂ? ਫਿਰ ਅਸੀਂ ਸਿੱਖਣਾ ਫਿਰ ਕੀ ਹੁੰਦਾ ਹੈ? ਹਰ ਮਹਿਕਮੇ 'ਚ ਵੇਖ ਲਓ, ਸਾਡਾ ਢਾਂਚਾ ਇਦਾਂ ਦਾ ਬਣਿਆ ਪਿਆ। ਹੁਣ ਮੇਰੀ ਗੱਲ ਧਿਆਨ ਨਾਲ ਸੁਣਿਓ, ਅਸੀਂ ਕਿਹੜੀ ਸੱਚਾਈ ਦੀ ਗੱਲ ਕਰਦੇ ਹਾਂ? ਫਿਰ ਕਿਹੜੇ ਸੱਚ ਦੀ ਫਿਰ ਗੱਲ ਕਰਦੇ ਹਾਂ? ਝੂਠੀਆਂ ਦਿਖਾਇਆ ਕੁਝ ਹੋਰ ਜਾਂਦਾ ਹੈ, ਕਿੰਨੇ ਚੰਗੇ ਬਣ ਕੇ, ਪਰ ਫੜੇ ਕਿੰਨੇ? ਕੈਮਰਿਆਂ ਨੇ। ਧਰਮ ਤੋਂ ਨਹੀਂ ਡਰਦੇ ਲੋਕ। ਤੇ ਮੈਂ ਕਹਿੰਦਾ, ਜੇ ਅੱਜ ਭਾਰਤ ਵਿੱਚ ਕੋਈ ਚੀਜ਼ ਸਕੰਜਾ ਜਮਾਂ ਕੱਸ ਸਕਦੀ ਹੈ, ਜਮਾਂ, ਤੇ ਸਾਇੰਸ ਦੇ ਹਿਸਾਬ ਨਾਲ ਬਣਾ ਕੇ ਸਿਸਟਮ ਫਿੱਟ ਕਰ ਦਿਓ, ਫਿਰ ਬੰਦੇ ਬਣ ਜਾਣਗੇ। ਨਹੀਂ ਤੇ ਧਰਮ ਇਹਨਾਂ ਲੋਕਾਂ ਨੂੰ ਬੰਦੇ ਨਹੀਂ ਬਣਾ ਸਕਦਾ। ਲਿਖ ਕੇ ਲੈ ਲਓ। ਇਹਦੇ ਬੰਦਾ ਆਪਣੀ ਮਰਜ਼ੀ ਨਾਲ ਧਰਮੀ ਬਣ ਜੇ ਤੇ ਬੰਦਾ ਬਦਲ ਜੇ ਤੇ ਗੱਲ ਵੱਖ ਹੈ, ਨਹੀਂ ਤੇ ਇਹਨਾਂ ਨੂੰ ਬਾਹਰੋਂ ਕੋਈ ਵੀ ਬੰਦਾ ਨਹੀਂ ਬਣਾ ਸਕਦਾ। ਆਪ ਬਦਲ ਜੇ ਤੇ ਆਪਣੇ ਆਪ ਨੂੰ ਭਾਵੇਂ ਬਦਲ ਲੇ। ਬੋਲੋ ਇੱਕ ਗੱਲ, ਜਵਾਬ ਦਿਓ। ਇੱਥੇ ਦੇ ਵਿਗੜੇ ਬੰਦੇ ਅਮਰੀਕਾ ਕੈਨੇਡਾ ਜਾ ਕੇ ਲਾਈਨਾਂ 'ਚ ਲੱਗ ਜਾਂਦੇ ਕਿ ਨਹੀਂ ਲੱਗ ਜਾਂਦੇ? ਰੋਡ ਤੇ ਸਿੱਧੇ ਜਾਂਦੇ ਕਿ ਨਹੀਂ ਜਾਂਦੇ? ਬੱਤੀ ਪਾਰ ਕਰਦੇ ਕਿ ਨਹੀਂ ਕਰਦੇ?
ਨਹੀਂ ਕਰਦੇ। ਇੱਥੇ ਲੰਘ ਜਾਂਦੇ ਲਾਲਚੋਂ ਵੀ। ਇੱਥੇ ਸਟਾਪ ਸਾਈਨ ਕਦੇ ਪੜਿਆ? ਉੱਥੇ ਜਿੱਥੇ ਸਟਾਪ ਲਿਖਿਆ ਆਜੂ ਸੜਕ ਤੇ ਉੱਥੇ ਗੱਡੀ ਨੂੰ ਬ੍ਰੇਕ ਲਾਣੀ ਪਊ। ਇੱਥੇ ਸਟਾਪ ਪਤਾ ਨਹੀਂ ਕਿੱਥੇ, ਅਸੀਂ ਕਦੇ ਵੇਖੇ ਨਹੀਂ ਇੱਥੇ ਸਟਾਪ ਲਿਖਿਆ। ਸਟਾਪ ਸਾਈਨ ਦਾ ਮਤਲਬ ਹੈ ਜਿੱਥੇ ਸਟਾਪ ਲਿਖਿਆ ਆ ਜੇ ਰੋਕੋ, ਰੁਕੋ, ਸਲੋ ਚੱਲੋ। ਅਸੀਂ ਸਲੋ ਚੱਲਦੇ ਹਾਂ ਉੱਥੇ, ਪਰ ਇੱਥੇ ਕੋਈ ਨਹੀਂ ਵੇਖਦਾ। ਬਾਹਰ ਜਾ ਕੇ ਬੰਦਾ ਕਿਉਂ ਬਣ ਜਾਂਦਾ? ਕਿਉਂਕਿ ਸਿਸਟਮ ਬੰਦਾ ਬਣਾ ਦਿੰਦਾ। ਘਰੇ ਆਜੂ ਪਰਚੀ, ਧੱਕੇ ਨਾਲ ਕਿਰਦਾਰ ਘੜੇ ਗਏ, ਅਸਲੀ ਨਹੀਂ, ਪਰ ਡਰਦੇ ਮਾਰੇ ਬੰਦੇ ਬਣ ਕੇ ਚੱਲਦੇ। ਮੈਂ ਵੇਖਿਆ ਜੀ ਐਸ ਏਅਰਪੋਰਟ ਤੇ ਦਿੱਲੀ ਵਾਲੇ ਤੇ ਲਾਈਨਾਂ ਟੱਪੀ ਜਾਣਗੇ, ਇੱਥੇ ਟੇਢੇ ਟੇਢੇ ਸਿੱਧੇ ਹੋਈ ਜਾਣਗੇ। ਉਹੀ ਬੰਦਾ ਜਹਾਜ਼ 'ਚ ਜਦੋਂ ਹੀ ਅਮਰੀਕਾ ਉਤਰਦਾ ਉੱਥੇ ਐ ਲਾਈਨ 'ਚ ਲੱਗ ਜਾਂਦਾ, ਬੰਦਿਆਂ ਵਾਂਗੂ ਤੁਰਨ ਲੱਗ ਜਾਂਦਾ। ਇੱਥੇ ਏਅਰਪੋਰਟ ਦੇ ਉੱਤੇ ਵੀ ਥੁੱਕ ਦਿੰਦੇ ਨੇ, ਏਦਾਂ ਹੀ ਹੱਥ 'ਚ ਚੀਜ਼ ਫੜੀ ਐਂ ਸਿੱਟ ਦੇਣਗੇ ਥੱਲੇ। ਉੱਥੇ ਜਾ ਕੇ ਐ ਬੰਦਿਆਂ ਵਾਂਗੂ ਤੁਰਦੇ ਨੇ ਵੀ ਇੱਥੇ ਨਹੀਂ ਸਿੱਟਣੀ, ਡਸਟਬੀਨ 'ਚ ਸਿੱਟੋ। ਜਿਹੜੀ ਚੀਜ਼ ਡਸਟਬੀਨ 'ਚ ਪਾਉਣੀ ਹੈ ਉੱਥੇ ਹੀ ਪਾਵਾਂਗੇ। ਕਿਉਂ ਹੋ ਗਿਆ ਇੱਦਾਂ? ਇਹਨੂੰ ਸਿੱਧਾ ਕਿਹਨੇ ਕੀਤਾ? ਪਤਾ ਵੀ ਕੈਮਰੇ ਲੱਗੇ ਐ, ਸਪੀਡ ਲਿਮਟ ਆ ਹੈ, ਸਿੱਧਾ ਹੋ ਗਿਆ, ਚੱਲ ਪਿਆ। ਹੁਣ ਮੈਂ ਜਿਹੜੀ ਗੱਲ ਕਰ ਰਿਹਾ ਉਹ ਇਹ ਹੈ ਕਿ ਧਰਮ ਦੇ ਨਾਲ ਬੰਦਾ ਨਹੀਂ। ਅੱਜ ਜੇ ਗਿਆਨ ਚੋਂ ਨਿਕਲਿਆ ਵਿਗਿਆਨ, ਤੇ ਵਿਗਿਆਨ ਕਰਕੇ ਨਿਕਲੀਆਂ ਕਾਢਾਂ ਕਰਕੇ ਬੰਦਾ ਸਿੱਧਾ ਹੋਇਆ। ਸਾਡੇ ਕਈ ਕਹਿਣਗੇ ਜੇ ਧਰਮ ਚਲਿਆ ਗਿਆ, ਧਰਮ ਨਾ ਰਿਹਾ, ਫਿਰ ਤੇ ਬੰਦੇ ਪਾਪ ਕਰਨ ਲੱਗ ਜਾਣਗੇ। ਇਹ ਤੇ ਧਰਮ ਦੀਆਂ ਕਸਮਾਂ ਖਾ ਕੇ ਦੁਨੀਆ ਭਰ ਦੇ ਪਾਪ ਕਰਦੇ ਨੇ। ਕਿਹੜੇ ਗੱਲਾਂ ਮਾਰਦੇ ਤੁਸੀਂ? ਹਾਂ, ਇਹਨਾਂ ਨੂੰ ਬੰਦੇ ਬਣਾਇਆ ਜਾ ਸਕਦਾ ਗਿਆਨ ਚੋਂ ਨਿਕਲੇ ਵਿਗਿਆਨ ਸਦਕਾ। ਗੁਰੂ ਸਾਹਿਬ ਨੇ ਸਾਨੂੰ ਗਿਆਨ ਨਾਲ ਜੋੜਿਆ, ਅਕਲ ਨਾਲ ਜੋੜਿਆ, ਸਮਝ ਨਾਲ ਜੋੜਿਆ। ਸੋ ਗੱਲ ਕੀ ਕਰਦੇ ਸੀ, ਸ਼ਬਦ ਕੀ ਚੱਲਦਾ ਸੀ? ਫੇਰ ਪੜ੍ਹੋ। ਬਸਦਾ ਖੋਦ ਕਰੇ ਦੋਏ ਚੁੱਲ੍ਹੇ, ਸਾਰੇ ਮਾਨਸ ਖਾਵੇ। ਆਹ ਹਾਲ ਹੈ, ਵੇਖੋ। ਕਹਿੰਦੇ ਦੋ ਦੋ ਚੁੱਲ੍ਹੇ ਬਾਲਦਾ, ਵੀ ਅੱਗ ਵੀ ਸਿੱਧੀ ਅੱਗ ਵੀ ਝੂਠੀ ਹੈ, ਪਰ ਕਹਿੰਦੇ ਬੰਦਾ ਸਾਰੇ ਦਾ ਸਾਰੇ ਹੀ ਖਾ ਜਾਂਦਾ ਅੱਗੇ। ਓਏ ਪਾਪੀ ਸਦਾ ਫਿਰੇ ਅਪਰਾਧੀ, ਮੁਖੋਂ ਅਪਰਸ ਕਹਾਵੇ। ਹਰ ਵੇਲੇ ਅਪਰਾਧ ਕਰਦੇ ਆ, ਉਦਾਂ ਅਪਰਸ ਕਹਾਉਂਦੇ ਆ ਵੀ ਮੈਂ ਬੜਾ ਚੰਗਾ, ਬੜਾ ਆਪਣੇ ਆਪ ਨੂੰ ਚੰਗਾ ਕਹਾਉਂਦਾ। ਹਾਂਜੀ, ਸਦਾ ਸਦਾ ਫਿਰੇ ਗੁਮਾਨੀ, ਸਗਲ ਕੁਟੰਬ ਡੁਬਾਵੇ। ਹੰਕਾਰੀ ਸਮਝਦੇ ਆ ਬਾਕੀ ਬੰਦਿਆਂ ਨੂੰ, ਤੇ ਬੰਦਾ ਨਹੀਂ ਸਮਝਦੇ। ਸਾਡੇ ਸਿੱਖਾਂ 'ਚ ਇਹੋ ਜਿਹੇ ਲੋਕ ਨੇ, ਕੜਾਹ ਪ੍ਰਸ਼ਾਦ ਦੀ ਦੇਗ ਨਹੀਂ ਲੈਂਦੇ, ਕਹਿੰਦੇ ਤੇਰੇ ਹੱਥ ਦੀ ਨਹੀਂ ਲੈਣੀ, ਤੂੰ ਤੇ ਝੂਠਾ ਹੈ, ਖੁੱਲਾ ਹੈ, ਤੂੰ ਤੇ ਮਰਿਆਦਾ ਹੀ ਨਹੀਂ ਕੋਈ ਰੱਖਦਾ। ਉਹਨੂੰ ਕਹੋ ਗੁਰਦੁਆਰੇ 'ਚ ਆ ਗਿਆ, ਅਰਦਾਸ ਹੋ ਗਈ ਹੈ, ਪ੍ਰਸ਼ਾਦ ਤੇ ਲੈ ਲਓ। ਕਹਿੰਦੇ ਪ੍ਰਸ਼ਾਦ ਵੀ ਨਹੀਂ ਲੈਣਾ। ਨਾ 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 ਨਾ, ਕੀ ਪਤਾ ਕਿਹਦੇ ਹੱਥ ਲੱਗੇ ਹੋਣਗੇ। ਤੂੰ ਤੇ ਜਿੱਥੇ ਮਰਜ਼ੀ ਖਾ ਲੈਂਦਾ, ਬਾਹਰ ਖਾ ਲੈਂਦਾ, ਤੇਰੇ ਹੱਥ ਦਾ ਪ੍ਰਸ਼ਾਦ ਵੀ ਨਹੀਂ ਲੈਣਾ। ਉਹ ਆਪੇ ਬਣਾ ਕੇ ਆਪੇ ਖਾਂਦੇ ਆ, ਆਪੇ ਬਣਾਉਂਦੇ ਆ। ਇੰਨੇ ਸੁੱਚਮ ਤਾਂ ਪੰਗਤੀ ਫੇਰ ਸੁਣ ਲਓ। ਸਦਾ ਸਦਾ ਫਿਰੇ ਅਭਿਮਾਨੀ, ਸਗਲ ਕੁਟੰਬ ਡੁਬਾਵੇ। ਕਹਿੰਦੇ ਪਿੱਛੇ ਲੱਗੇ ਵੀ ਡੁੱਬਦੇ ਆ, ਪਰਿਵਾਰ ਵੀ ਡੋਬ ਲੈਂਦੇ ਆਪਣਾ, ਤੇ ਹੰਕਾਰ ਵਿੱਚ ਫਿਰਦੇ ਰਹਿੰਦੇ ਆ ਵੀ ਸਾਡੇ ਵਰਗਾ ਕੋਈ ਨਹੀਂ। ਮੈਂ ਵੇਖਦਾ ਹੀ ਆ ਜੀ, ਨਾ ਤੇ ਉਹਨਾਂ ਨੇ ਆਪ ਖਾਣਾ ਹੈ, ਤੇ ਟੱਬਰ ਨੂੰ ਕਿਹੜਾ ਖਾਣ ਦਿੰਦੇ ਆ। ਉਹਨਾਂ ਨੂੰ ਵੀ ਕਹਿਣਗੇ ਛਿੱਕਲੀ ਚਾੜ ਕੇ ਰੱਖ ਮੂੰਹ ਤੇ, ਥੋੜਾ ਵੀ ਕਿਤੇ ਖਵਾ ਦੇਣਗੇ ਬਾਹਰ। ਬੱਚੇ ਰੋਂਦੇ ਹੀ ਰਹਿਣਗੇ ਵੀ ਡੈਡੀ ਮੈਨੂੰ ਪੀਜ਼ਾ ਖਵਾ ਦੇ। ਕਹਿਣਗੇ ਨਾ, ਜਿਹੜੀ ਮੰਮੀ ਨੇ ਮੂੰਗੀ ਦੀ ਦਾਲ ਬਣਾਈ ਚੁੱਪ ਕਰਕੇ ਖਾ ਲੈ। ਆਪ ਵੀ ਔਖੇ ਹੋਣਗੇ ਤੇ ਸਾਰੇ ਟੱਬਰ ਨੂੰ ਔਖਾ ਹੀ ਕਰਦੇ ਨੇ। ਕਹਿੰਦੇ ਧਰਮੀ ਬਣ ਗਿਆ। ਇਹ ਕਹਿੰਦੇ ਧਰਮੀ ਹੈ, ਨਾ ਆਪ ਕੁਝ ਖਾਵੇ ਨਾ ਦੂਜਿਆਂ ਨੂੰ ਖਾਣ ਦੇਵੇ, ਨਾ ਨੇ ਆਪ ਖੁਸ਼ ਰਹਿਣਾ ਨਾ ਦੂਜਿਆਂ ਨੂੰ ਖੁਸ਼ ਰਹਿਣ ਦਿੰਦਾ, ਨਾ ਆਪ ਚੱਜ ਤਰ੍ਹਾਂ ਸੌਵੇਂ ਨਾ ਦੂਜਿਆਂ ਨੂੰ ਸੌਣ ਦੇਵੇ। ਇਹ ਧਰਮੀ ਬਣ ਗਿਆ। ਕਹਿੰਦੇ ਆਪ ਵੀ ਔਖਾ ਹੈ, ਬਾਕੀਆਂ ਨੂੰ ਵੀ ਔਖਾ ਹੀ ਕਰਦਾ। ਇਹ ਧਰਮੀ ਲੋਕ ਨੇ। ਭਗਤ ਕਬੀਰ ਸਾਹਿਬ ਵੇਖੋ ਕਿੰਨੇ ਤਿੱਖੇ ਬਚਨ ਨੇ ਬਈ, ਕਿੰਨੇ ਪਿਆਰੇ। ਜ਼ਿੰਦਗੀ ਸਵਾਰਨ ਵਾਲਾ ਤਿੱਖਾ ਟੀਕਾ। ਟੀਕਾ ਇੱਕ ਵਾਰੀ ਤੇ ਚੀਸ ਜੀ ਪੈਂਦੀ, ਪਰ ਫਾਇਦਾ ਤੇ ਕਰਦਾ ਹੈ ਤੇ ਵਧੀਆ ਹੈ ਨਾ ਸਾਡੇ ਲਈ। ਇਹ ਤਿੱਖੇ ਤਿੱਖੇ ਨੇ ਟੀਕੇ ਨੇ ਸਾਰੇ ਕਬੀਰ ਜੀ ਦੇ, ਤੇ ਟੀਕੇ ਹੀ ਨੇ ਸਾਰੇ, ਸਾਰੇ ਸ਼ਬਦ ਟੀਕੇ ਨੇ। ਕਬੀਰ ਤੇ ਗੁਰੂ ਨਾਨਕ, ਗੁਰੂ ਨਾਨਕ ਤੇ ਕਬੀਰ ਸਾਹਿਬ। ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਤਿੱਖੇ ਨੇ ਜਿਹੜੇ, ਉਹ ਕਬੀਰ ਜੀ ਨੇ ਤੇ ਗੁਰੂ ਨਾਨਕ ਨੇ। ਇਹਨਾਂ ਦੇ ਟੀਕੇ ਬਹੁਤ ਤਿੱਖੇ ਨੇ।
ਪੂਰੇ ਸੱਟ ਮਾਰਦੇ। ਜਦੋਂ ਇਹਨਾਂ ਦਾ ਸ਼ਬਦ ਵੇਖੀਏ ਤੇ ਐ ਹੁੰਦਾ ਸਿੱਧਾ ਹੀ, ਸਮਝ ਵੀ ਘੱਟ ਲੱਗਦੀ ਹੈ। ਗੁਰੂ ਨਾਨਕ ਦੇ ਸ਼ਬਦਾਂ ਦੀ ਸਮਝ ਬਹੁਤ ਘੱਟ ਲੱਗਦੀ, ਔਖੇ ਸਮਝ ਆਉਂਦੇ ਆ, ਪਰ ਬੜੇ ਤਿੱਖੇ ਆ, ਨਜ਼ਾਰਾ ਲਿਆ ਦਿੰਦੇ। ਵੀਰੋ ਇੰਜੈਕਸ਼ਨ ਹੈ ਨਾ ਜਿਹੜਾ, ਇੱਕ ਵਾਰੀ ਚੀਜ਼ ਜੀ ਤੇ ਪੈਂਦੀ ਹੁੰਦੀ ਹੈ ਪਰ ਫਾਇਦਾ ਕਰ ਜਾਂਦਾ ਹੈ। ਤੇ ਕਈ ਵਾਰੀ ਅਗਲਾ ਲੱਤ, ਨਿਆਣੇ ਕਈ ਲੱਤ ਵੀ ਮਾਰ ਦਿੰਦੇ ਆ, ਜਿਹੜੇ ਛੋਟੇ ਬੱਚੇ ਹੁੰਦੇ ਆ ਨਾ, ਉਹ ਕਈ ਵਾਰੀ ਲੱਤ ਮਾਰਦੇ ਡਾਕਟਰ ਦੇ, ਬਰਦਾਸ਼ਤ ਨਹੀਂ ਹੁੰਦਾ ਉਹਨਾਂ ਤੋਂ, ਦਰਦ ਝੱਲ ਨਹੀਂ ਹੁੰਦਾ। ਇਸ ਕਰਕੇ ਟੀਕਾ ਲਵਾ ਲੈਣਾ ਚਾਹੀਦਾ, ਸਾਡਾ ਫਾਇਦਾ ਕਰ ਜਾਂਦਾ ਹੈ, ਇੰਜੈਕਸ਼ਨ ਦਾ ਫਾਇਦਾ ਹੁੰਦਾ ਹੈ। ਆ ਗਈ ਗੱਲ ਪਕੜ ਚ ਅੱਗੇ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੇ। ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨਰਪ ਜਨਮ ਨ ਆਵੇ। ਕਬੀਰ ਜੀ ਕਹਿੰਦੇ ਜਿੱਥੇ ਲਾਏ ਆ ਉੱਥੇ ਹੀ ਲੱਗੇ ਹੋਏ ਆ, ਉਦਾਂ ਦੇ ਹੀ ਕਰਮ ਕਰਦੇ ਆ।